ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਚੀਫ ਐਡਵਾਈਜ਼ਰ ਅਤੇ ਸੀਟੀਯੂ ਦੇ ਪਹਿਲੇ ਡਾਇਰੈਕਟਰ ਸਰਦਾਰ ਹਰਦੀਪ ਸਿੰਘ ਸੰਧੂ ਪਿਛਲੇ ਦਿਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਉਰਮਿੰਦਰ ਸੰਧੂ, ਕਰਨਲ ਜਸਦੀਪ ਸੰਧੂ, ਸਰਦਾਰ ਨਵਦੀਪ ਸੰਧੂ, ਅਮਰਿੰਦਰ ਗਰੇਵਾਲ, रूप कमल गरेवाल, प्रीति संधू, रिंपी संधू, कैप्टन करण संधू, अरमान, चाहत, मन्नत, मेहर, सीरत, रहमत ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸਰਦਾਰ ਹਰਦੀਪ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਰਦਾਰ ਹਰਦੀਪ ਸਿੰਘ ਸੰਧੂ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਤੇ ਪ੍ਰਤਿਭਾਵਾਨ ਇਨਸਾਨ ਸਨ। ਆਪ ਜੀ ਦਾ ਜਨਮ ਐਕਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਰਦਾਰ ਅਵਤਾਰ ਸਿੰਘ ਸੰਧੂ ਜੀ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਬਹੁਤ ਹੀ ਪ੍ਰਤਿਭਾਵਾਨ ਸ਼ਖਸੀਅਤ ਸਨ ਤੇ ਉਹ ਜੁਆਇੰਟ ਪੰਜਾਬ ਵਿੱਚ ਬਹੁਤ ਸਾਰੇ ਉੱਚ ਅਹੁਦਿਆਂ ਤੇ ਬਿਰਾਜਮਾਨ ਰਹੇ। ਇਸ ਤੋਂ ਇਲਾਵਾ ਆਪ 1995 ਤੋਂ 1998 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਐਡਵਾਈਜ਼ਰ ਰਹੇ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮਹੱਤਵਪੂਰਨ ਕੰਮਾਂ ਵਿੱਚ ਕਮੇਟੀ ਦਾ ਉੱਤਮ ਮਾਰਗਦਰਸ਼ਨ ਕੀਤਾ। ਜਿੱਥੇ ਆਪ ਜੀ ਨੇ ਆਪਣੀ ਨੌਕਰੀ ਦੌਰਾਨ ਸ਼ਲਾਘਾਯੋਗ ਕੰਮ ਕੀਤੇ, ਉੱਥੇ ਹੀ ਰਿਟਾਇਰ ਹੋਣ ਤੋਂ ਬਾਅਦ ਵੀ ਆਪ ਜੀ ਨੇ ਆਮ ਜਨਤਾ ਦੀ ਭਲਾਈ, ਉਹਨਾਂ ਦੀਆਂ ਅਕਵਾਇਰਡ ਜ਼ਮੀਨਾਂ ਬਦਲੇ ਉਹਨਾਂ ਦੇ ਘਰ ਵਸਾਉਣ ਅਤੇ ਗਰਲ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਉੱਤਮ ਉਪਰਾਲੇ ਕੀਤੇ। ਸਰਦਾਰ ਅਵਤਾਰ ਸਿੰਘ ਸੰਧੂ ਜੀ ਨੂੰ ਮੁਹਾਲੀ ਦੇ ਨੇੜਲੇ ਪਿੰਡਾਂ ਵਿੱਚ ਡੀਸੀ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਮਾਜ ਭਲਾਈ ਦੇ ਕੰਮਾਂ ਦੀ ਗੁੜਤੀ ਸਰਦਾਰ ਹਰਦੀਪ ਸਿੰਘ ਸੰਧੂ ਜੀ ਨੇ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ ਤੇ ਉਸੇ ਪ੍ਰਥਾ ਨੂੰ ਆਪ ਜੀ ਨੇ ਅੱਗੇ ਤੋਰਦਿਆਂ ਸਮਾਜ ਭਲਾਈ ਵਿੱਚ ਹਮੇਸ਼ਾ ਹੀ ਵੱਡਮੁੱਲਾ ਯੋਗਦਾਨ ਪਾਇਆ। ਆਪ ਜੀ ਨੇ ਆਪਣੇ ਮਰਹੂਮ ਪਿਤਾ ਜੀ ਦੇ ਨਾਮ ਤੇ ਪਿੰਡ ਜਗਤਪੁਰਾ ਵਿੱਚ ਅਵਤਾਰ ਐਜੂਕੇਸ਼ਨ ਟਰਸਟ ਰਾਹੀਂ ਦਾ ਹੈਰੀਟੇਜ ਪਬਲਿਕ ਹਾਈ ਸਕੂਲ ਦੀ ਸਥਾਪਨਾ ਕੀਤੀ ਅਤੇ ਗਰੀਬ ਤੇ ਪਿਛੜੇ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਇਸ ਟਰਸਟ ਵਿੱਚ 700 ਦੇ ਕਰੀਬ ਵਿਦਿਆਰਥੀ ਇੰਗਲਿਸ਼ ਮੀਡੀਅਮ ਵਿੱਚ ਐਜੂਕੇਸ਼ਨ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਆਪ ਦੁਆਰਾ ਖੂਨਦਾਨ ਕੈਂਪਾਂ ਦਾ, ਅੱਖਾਂ ਦੇ ਆਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਮੁਫਤ ਲਗਵਾਏ ਜਾਂਦੇ ਸਨ। ਸਰਦਾਰ ਹਰਦੀਪ ਸਿੰਘ ਸੰਧੂ ਸੀਟੀਯੂ ਦੇ ਪਹਿਲੇ ਡਾਇਰੈਕਟਰ ਸਨ। ਇਸ ਤੋਂ ਇਲਾਵਾ ਆਪ ਜੀ ਬਤੌਰ ਡੀਆਈਜੀ ਜੇਲ੍ਹ, ਡਿਪਟੀ ਕਮਿਸ਼ਨਰ ਕਰ ਅਤੇ ਆਬਕਾਰੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਰਹੇ। 1992 ਵਿੱਚ ਆਪ ਜੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ। ਆਪ ਜੀ ਦਾ ਵਿਆਹ ਸਰਦਾਰਨੀ ਉਰਮਿੰਦਰ ਸੰਧੂ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ 2 ਬੇਟੀਆਂ ਜਸਦੀਪ ਸੰਧੂ ਅਤੇ ਨਵਦੀਪ ਸੰਧੂ ਅਤੇ ਬੇਟੀ ਰੂਪ ਕਮਲ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆ ਲਿਖਾਇਆ, ਚੰਗੇ ਸੰਸਕਾਰ ਦਿੱਤੇ ਅਤੇ ਸਮੇਂ ਦਾ ਹਾਣੀ ਬਣਾਇਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਬੇਟੇ ਕਰਨਲ ਜਸਦੀਪ ਸੰਧੂ ਹੈੱਡਕੁਆਰਟਰ ਵੈਸਟਰਨ ਕਮਾਂਡ ਵਿੱਚ ਡਾਇਰੈਕਟਰ ਸਿਵਲ ਨਿਯੁਕਤ ਹਨ ਅਤੇ ਆਪ ਜੀ ਦੇ ਦੂਸਰੇ ਬੇਟੇ ਨਵਦੀਪ ਸੰਧੂ ਆਬਕਾਰੀ ਵਿਭਾਗ ਵਿੱਚ ਉੱਚ ਅਹੁਦੇ ਤੇ ਬਿਰਾਜਮਾਨ ਹਨ ਅਤੇ ਆਪ ਜੀ ਦੀ ਬੇਟੀ ਰੂਪ ਕਮਲ ਕੌਂਸਲਰ ਹਨ ਅਤੇ ਆਪ ਜੀ ਦੇ ਦਾਮਾਦ ਅਮਰਿੰਦਰ ਗਰੇਵਾਲ ਸੈਸ਼ਨ ਜੱਜ ਹਨ। ਸਰਦਾਰ ਹਰਦੀਪ ਸਿੰਘ ਜੀ ਬਹੁਤ ਹੀ ਸਿੱਧਕੀ, ਸਿਰੜੀ, ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ। ਆਪ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਹਮੇਸ਼ਾ ਹੀ ਹਰ ਇੱਕ ਨੂੰ ਹਸੋਂ ਕਰਕੇ ਮਿਲਿਆ ਕਰਦੇ ਸਨ। ਸਰਦਾਰ ਹਰਦੀਪ ਸਿੰਘ ਸੰਧੂ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਸ਼ਵਾ, ਸਾਬਕਾ ਐਮਪੀ ਵਿਜੇ ਸਾਂਪਲਾ, ਵਿਧਾਇਕ ਫਤਿਹਜੰਗ ਸਿੰਘ ਬਾਸ਼ਵਾ, ਵਿਧਾਇਕ ਖਰੜ ਕੰਵਰ ਸੰਧੂ, ਵਿਧਾਇਕ ਅਮਲੋਹ ਰਣਦੀਪ ਸਿੰਘ, ਡੀਜੀਪੀ ਪੰਜਾਬ ਦਿਨਕਰ ਗੁਪਤਾ, ਏਡੀਜੀਪੀ ਪੰਜਾਬ ਅਮਰਦੀਪ ਸਿੰਘ ਰਾਏ ਤੋਂ ਇਲਾਵਾ ਕਈ ਹੋਰ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਰਦਾਰ ਹਰਦੀਪ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ। लगना अब बन जाए
झूठी दुनिया लग नया बन जाई है। बोलिए सच कर्म झूठ ना बोलिए। बोलिए सच कर्म झूठ ना बोलिए। जो गुरु दसे बाट मुरीदा जो लिए। जो गुरु दसे बाट मुरीदा जो लिए। शेख हयाती जग न कोई फिर रहे। शेख हयाती जग न कोई फिर रहे। छैल लगन दे पार गोरी मन तीरिया। छैल लगन दे पार गोरी मन तीरिया। तन तन बन्ने पासे कलवत कंचन वन्ने पासे कलवत चीरिया। छैल लगन दे पार गोरी मन तीरिया। कंचन वन्ने पासे कलवत चीरिया। कतक लूंजा चेत डो सावन बिजुलिया। कतक कुंजा चेत डो सावन बिजुलिया। स्याले सोहंदिया फिर गल पहाड़िया। सियाले सोहंदिया फिर गल पहाड़िया। चले चलन हार विचारा ले मनो। चले चलन हार विचारा ले मनो। गडे दया छे माह तुड़ंदे हिक खिनो। गडे दया छे माह तुड़ंदे हिक खिनो। जिम्मी पूछे आसमान फरीदा खेवट किन गए। जिम्मी पूछे आसमान फरीदा खेवट किन गए। जालन गोरा नाल उलमे जी सहे। जालन गोरा नाल उलमे
जी सहे शेख हयाती जग न कोई फिर रहे शेख हयाती जग न कोई फिर रहे जिस आसन हम बैठे कहते बैस गया जिस आसन हम बैठे कहते बैस गया शेख हयाती जग न कोई फिर रहे शेख हयाती जग न कोई फिर रहे शेख हयाती जग न कोई फिर रहे बहुर न पाओ जल फेरा जपो सारे अब की बार बख्श बंदे को जल फेरा अब की बार बख्श बंदे को बहुर न पाओ जल फेरा जपो सारे अब की बार बख्श बंदे को बहुर न पाओ जल फेरा 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 अब की बार बख्श बंदे को बहुर न पाओ जल फेरा देही गावा जियो कर में है तो बसे पंच किरसाना देही गावा जियो तर में है तो बसे पंच किरसाना नैनो नक टू सर्वनो रस पत इंद्री कहया न माना अब की बार बख्श बंदे को बहुर न पाओ जल फेरा अब की बार बख्श बंदे को बहुर न पाओ जल फेरा बाबा अब ना बसो एह गाँव अब ना बसो एह गाँव बाबा अब ना
बसो एह गाँव। बाबा अब ना बसो एह गाँव, अब ना बसो एह गाँव। करी करी का लेखा मांगे, गायत चेतु नाओ। करी करी का लेखा मांगे, गायत चेतु नाओ। अब की बार बख्श बंदे को, बहुर न पाओ जल फेरा। अब की बार बख्श बंदे को, बहुर न पाओ जल फेरा। धर्म राय जब लेखा मांगे, बाकी निकसी पारी। धर्म राय जब लेखा मांगे, बाकी निकसी पारी। पंच किरसान पाग गए, ले बांधे जियो दरबारी। कहे कबीर सुनो रे संतो, खेत ही करो न बेरा। अब की बार बख्श बंदे को, अब की बार बख्श बंदे को। बहुर न पाओ जल फेरा, बहुर न पाओ जल फेरा। बहुर न पाओ जल फेरा, बहुर न पाओ जल फेरा। अब की बार बख्श बंदे को, बहुर न पाओ जल फेरा। बहुर न पाओ जल फेरा, बहुर न पाओ जल फेरा। सतनाम श्री वाहेगुरु, सतनाम श्री वाहेगुरु जपो। सतनाम श्री वाहेगुरु, सतनाम श्री वाहेगुरु। सतनाम श्री वाहेगुरु, सतनाम श्री वाहेगुरु। सारे सतनाम श्री वाहेगुरु, सतनाम श्री वाहेगुरु। सतनाम श्री वाहेगुरु, सतनाम श्री वाहेगुरु। सतनाम श्री वाहेगुरु, सतनाम श्री वाहेगुरु। आँखां जीवा बिसरे मर जाऊं, आँखां
जाऊं आँखां आखण आखा साचा बिसरे मर जाऊं आँखां जीवा बिसरे मर जाऊं सतनाम श्री वाहिगुरु सतनाम श्री वाहिगुरु जपो सतनाम श्री वाहिगुरु साचे नाम की लागे भूख जपो उत भूखे खाए चलिए दुख सो क्यों विसरे मेरी माए साचा साहेब सचे नाए साचे नाम की दिल वड्याई जपो आँख थके कीमत नहीं पाई जे सब मिल के आखण पाहे वड्डा न होवे काट न जाए वड्डा न होवे आँखां जीवा बिसरे मर जाऊं आँखां जीवा सतनाम श्री वाहिगुरु सतनाम श्री वाहिगुरु जपो सतनाम श्री वाहिगुरु ना मरे ना होवे सोग ना मरे ना होवे सोग ना मरे ना होवे सोग ना होवे सोग ना मरे ना होवे सोग देंदा रहे न चूके भोग
ਵੱਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕੰਮ ਜਾਤ ਨਾਨਕ ਨਾਵੇ ਬਾਜ ਸਨਾਤ ਨਾਨਕ ਨਾਵੇ ਬਾਜ ਸਨਾਤ ਆਖਾਂ ਜੀਵਾਂ ਬਿਸਰੇ ਮਰ ਜਾ ਆਖਾਂ ਜੀਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਪੋ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਆਖਾਂ ਜੀਵਾਂ ਬਿਸਰੇ ਮਰ ਜਾ ਆਖਾਂ ਜੀਵਾਂ ਬਿਸਰੇ ਮਰ ਜਾ ਬਿਸਰੇ ਮਰ ਜਾ ਬਿਸਰੇ ਮਰ ਜਾ ਦੇਹੋ ਸੱਜਣ ਅਸੀਸੜੀਆਂ साहिब से ओ मेल जो होवे देहो सज्जन असीसड़ियां जो होवे साहिब से ओ मेल होवे साहिब से ओ मेल जयकार की रात आ गया करते कहोए विचार करते कहोए विचार हितकार गावा सोहेला सिमरो सिरजनहार जिस सिमरो देहो सज्जन असीसड़ियां जो होवे साहिब से मेल होवे साहिब से मेल तुम गावो मेरे निरपौ का सोहला हाँ वारी जित सोहल सदा सुख होए नित नित जियण समालिया गते बन हार जिदे
ते कवन सुमार तिस दाते देहो सज्जन असीसड़ियां जो होवे साहिब से मेल होवे मेल। संपत साह लिखे मिलकर पावो तेल ज मिलकर पावो देहो सज्जन असीसड़िया जो होवे साहिब से ओ मेल जो होवे कर कर ये हो पहुँचा सदड़े नित पवन कर कर एहो पहुँचा सदड़े नित पवन सदड़हारा सिमरिए नानक से दे कर कर ये हो पहुँचा सदड़े नित पवन ज सदड़े सदन हारा सिमरिए नानक से दे अवन ज नानक से दे देहो सज्जन असीसड़ियां जो होवे साहिब से ओ मेल होवे साहिब से ओ मेल होवे साहिब से ओ मेल। आनंद एक ओंकार सतगुर प्रसाद शब्द गावन आया परियां शब्द गावन आया परियां शब्द गावन आया परियां राग रतन परवार परियां राग रतन परवार परियां शब्द गावन आया शब्द गावन आया शब्द गावन आया परियां शब्द गावन आया परियां मेरी माए सतगुरु मैं पाया सतगुरु ता पाया सहज सेती मन वधिया वादाइया राग रतन परवार परियां राग रतन परवार परियां शब्द गावन आया शब्द गावन शब्दों तंगावा हरि केरा शब्दों तंगावा हरि केरा
मन जिनी वसाया, कहे नानक आनंद होआ। सतगुरु मैं पाया, सतगुरु मैं, सतगुरु मैं, सतगुरु मैं पाया। ये मन मेरे तो सदा रो हर नाल रख मन मेरे दुख सब विसारना। अंगीकार कर तेरा कार्य सब सवार, सबना गला समरथ स्वामी सो क्यों मन विसार। कहे नानक मन मेरे सदा रो हर नाल, साचे साहेबा क्या नहीं करते रे। कर दो तेरा सब कुछ है जिससे सो पावे, सदा सत्य सलाह तेरी नाम मन वसार। नाम दिन के मन वस्या बाजे शब्द कनेरे, कहे नानक सच्चे साहिब क्या नहीं करते। सच्चा नाम मेरा आधार, सच नाम आधार मेरा जिन भुखा सब गवाए। कर शांत सुख मन आयो से आज इच्छा सब बुझाए। सादा कुर्बान किता गुर विटो जिस दियां रे बटियाइयां, कहे नानक सुनो संतो सच्चा नाम मेरा आधार वाजे। कर सपाके शब्द वाजे कलाज करतारिया, पंच दुत तुद वस कीते काल कंटक मार। तुर करम पाया दुर्जन को सनाम हर के लागे, कहे नानक कृष को वर्जित करे अनंत वाजे। अनंद सुनो बट पागियो सगल मनोरथ पूरे, पार ब्रह्म प्रभु पाया पुत्र सकल विसूरे। दुख रोग संताप उतरै सुनी सच्ची बाणी, संत साजन भये सबसे पूरे गुरते जान। सुनते गुण कहते पुरत सतगुर रहे भरपूरे, बिनवंत नानक गुर चरण लागे वाजे अनहद जुग सलो। पवन गुरु पानी पिता माता करत महत, दिवस रात गाई लाया खेला सगल जगत। चंगियाइयां बुराइयां बाचे धर्म दूर, जिन्नी नाम ते आया गए मशक्कत का। नानक ते मुखी उजले खेती छुट्टी नाल, जिन्नी नाम ते आया गए मशक्कत का। नानक ते मुखी उजले खेती छुट्टी नाल, खेती छुट्टी नाल, खेती छुट्टी नाल। हे न माणिया दे मार, निताणिया दे तार, ਨਿਉਟਿਆਂ ਦੀ ਓਟ ਸੱਚੇ ਪਿਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ। ਆਪ ਜੀ ਦੇ ਪਾਵਨ ਬਚਨ ਹਨ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਆਪ ਜੀ ਦੇ ਪਾਵਨ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਹਰਦੀਪ ਸਿੰਘ ਸੰਧੂ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਪਿੱਛੋਂ ਸੇਵਕ ਪਰਿਵਾਰ ਨੇ ਆਪ ਜੀ ਦਾ ਭਾਣਾ ਮੰਨਦਿਆਂ ਹੋਇਆਂ ਪਰਸੋਂ ਦੇ ਰੋਜ਼ ਤੋਂ ਆਪਣੇ ਗ੍ਰਹਿ ਵਿਖੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਭੋਗ ਤੋਂ ਉਪਰੰਤ ਆਪ ਜੀ ਦੇ ਪਾਵਨ ਅਸਥਾਨਾਂ ਉੱਪਰ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾਂ ਦੇ ਮਹਾਵਾਕਾਂ ਅਨੁਸਾਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ। ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਨੂੰ ਬਖਸ਼ ਲੈਣਾ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਕਿਰਪਾ ਕਰਨੀ, ਰਹਿਮਤ ਕਰਨੀ, ਵਿਛੜੀ ਹੋਈ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਾਉਣਾ। ਪਿੱਛੋਂ ਸੇਵਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ, ਗੁਰ ਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ। ਪਰਿਵਾਰ ਦੇ ਜੀਆਂ ਵਿੱਚ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਲੰਮੀਆਂ ਆਜੂਆਂ ਬਖਸ਼ਿਸ਼ ਕਰਨੀਆਂ। ਆਉਣ ਵਾਲੇ ਸਮਿਆਂ ਵਿੱਚ ਆਦਾਂ ਬਿਆਦਾਂ ਤੋਂ ਬਚਾ ਕੇ ਸਦਾ ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨੇ। ਘਰ ਪਰਿਵਾਰ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ
ਸੁਖ ਸ਼ਾਂਤੀ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਕਿਰਪਾ ਕਰਨੀ, ਜੋ ਵੀ ਮਨ ਭਾਵਨਾ ਮਨ ਧਾਰ ਕੇ ਆਪ ਜੀ ਦਾ ਓਟ ਆਸਰਾ ਸੇਵਕਾਂ ਵੱਲੋਂ ਲਿਆ ਗਿਆ ਹੈ। ਉਹਨਾਂ ਮਨੋ ਭਾਵਨਾਵਾਂ ਨੂੰ ਸੰਪੂਰਨ ਕਰਨਾ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾ ਪ੍ਰਵਾਨ ਕਰਨੀ। ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਕਰੋ ਕਿਰਪਾ ਆਪ ਇਲਾਹੀ ਹੁਕਮ ਦੀ ਦਾਤ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਕਿਰਤਾਰਥ ਕਰੋ। ਹੁਕਮ ਤੇ ਚੱਲਣ ਦੇ ਬਲ ਉਦਮ ਬਖਸ਼ਿਸ਼ ਕਰਨੇ। ਸਹੀ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਰਜੀ ਅਰੇਕ ਟੇਕ ਤੂੰ ਲਾਹੇ ਬਡਾਨੀ ਆਸ। ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪ ਨੀਤ। ਕਹਾਂ ਬਿਸਾਸਾ ਦੇ ਕਾਬਿਲ ਮਨਾ ਕਰਿਓ ਮੀਤ। ਨਹਿ ਬਾਲਿਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ। ਉਹ ਬੇਰਾ ਨ ਬੁਝੀਐ ਜੋ ਵਾਈ ਫਰੈ ਜਮ ਫੰਦ। ਸੁਕਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਣ ਦੁਖ ਹਰਣ ਉਚਰਨ ਨਾਮ ਕੀਰਤਨੈ। ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਦਇਆ ਕਰਣ ਦੁਖ ਹਰਣ ਉਚਰਨ ਨਾਮ ਕੀਰਤਨੈ। ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਪੌੜੀ ਜਾ ਪ੍ਰਭ ਪੈ ਦਿਆਲ ਨਾਮ ਵਿਆਪੈ ਮਾਇਆ। ਕੋਟ ਅਗਾਂ ਗਏ ਨਾਸ ਹਰ ਇੱਕ ਤੇ ਆਇਆ। ਨਿਰਮਲ ਪਏ ਸਰੀਰ ਜਨ ਤੂਰੀ ਨਾਇਆ। ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਵਾਇਆ। ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਵਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
बड़े वाਕਿया ने ग्रंथां 'च बहुत वाकिया लिखा होया है कि जिन्ने सवास ने जिन्ने लिखे ने उस गुरु साहब ने या उस वाहिगुरु ने वो जो पूरे होंदे ने तो सब ने जाना होंदा है। कई जगह लिखा है कि जिन्नी उम्र लिखी है जाना, ये बड़े वाक्य कहे जाते हैं। तो असी कई बार ये चीज़ सुनी दी सी, आके भोगां 'च बैठी दा सीगा ते देखी दा सी, तो शायद उसका मतलब जिहड़ा है वो हुण समझ आया जो एक पिता का हथ किसी परिवार के उत्तों या बच्चों के उत्तों उठ जाता है तो उसका दुख किस प्रकार नाल अंदर महसूस किया जाता है। एक फादर पिता जिहड़ा बच्चों नूं उंगली फड़ के चलाउंदा है, अपने अपने तरीके दे नाल अपना अपना किरदार हुंदा है पालन पोषण का, उहदे विच जो प्यार दिंदा है, जो प्यार और साया उठ जाता है तो वो किहो जी तकलीफ हुंदी है। तो साडे परिवार नूं भी काफ़ी तकलीफ है ये सोचते हुए कि अज वो नहीं रहे, लेकिन मन इस गलों संतुष्ट हो जाता है कि जो उन्हां दे प्रति प्यार और मुहब्बत जो उन्होंने दोस्तों ने उन्होंने परिवार के मैंबरां ने दिखाई और पिछले 4-5 रोज़ दे विच जिस तरह से सानू प्यार बख्शिया है, चाहे वो फ्यूनरल प्रेयर होए या पाठ होए या पोस्टरा होए, कोविड के समय दे विच भी वध चढ़ के हिस्सा दिता गया। मैं तो हैरान हो गया कि क्रमेशन दे विच 400 तो 500 बंदा जिस तरह ना प्यार देने लिए आए और साडे दुख नूं साझा किया। जिस महकमिਆਂ ਦੇ ਵਿੱਚ ਉਹ ਅੱਜ ਤੋਂ 30 साल पहला रहे सी, सिविल दे विच ये प्रथा मैं नहीं सुनी सी कि उन्होंने महकमिਆਂ ਦੇ ਵਿੱਚੋਂ श्रद्धांजलि देने वास्ते सारे महकमे आए, चाहे कि वो चंडीगढ़ एडमिनिस्ट्रेशन होए, पंजाब गवर्नमेंट होए, SGPC ਦੇ ਵਿੱਚੋਂ चीफ एडवाइज़र के बतौर उन्होंने काम किया, चाहे कुछ समय ਦੇ ਵਿੱਚ एक पोलिटिकल पार्टी ਦੇ ਵਿੱਚ नाल भी रहे, और ये सब कुछ करते हुए उन्होंने श्रद्धांजलि दी गई। और इहो जे उन्होंने बैचमेट या उन्होंने साथी जिहड़े कि 84 साल तो लैके 90 साल तक ने, वो दूर दराज तो इस कोविड के माहौल से जो खतरा मंडराउंदा है वो सारिਆਂ ने प्यार दिता। थोड़े जे शब्द उन्होंने जीवनी के उत्ते, वो परम मित्र सी अपने हाणियां दे, अपने छोटियां दे और अपने बच्चों दे। उन्होंने दोस्ती तो सिवाय होर कुछ नहीं सीखिया। वो बच्चे दे नाल बच्चा बन जाते सी, वड्डे दे नाल वड्डे हुंदे सी, और अपनी विट और मजाक दे नाल इक्को गल कहंदे सी भी कोई भी सिचुएशन जिहड़ी है उन्होंने सीरीयसली नहीं लेना, उन्होंने प्यार नाल मजाक दे नाल हौला करना है दिल नूं और अगे वधना है। सरदार हरदीप सिंह संधू का जन्म शेखुपुरा दे विच 1934 7 दसंबर नूं होया। शेखुपुरा च उन्होंने ननिहाल सीगे, उन्होंने नाना जी सरदार बहादुर बूटा सिंह जिहड़े कि जॉइंट पंजाब च स्पीकर रहे, राउंड टेबल कॉन्फ्रेंस च गांधी दे नाल गए, उन्होंने घर होया। और अपना दादा जी का परिवार सरदार बलवंत सिंह संधू जिहड़े उस वक्त मैजिस्ट्रेट सी, वो फिलोगी पिंड दे विच रहा करते सी पाकिस्तान च, ते काना काचा पिंड माझे दे विच भी सीगा। पार्टीशन तो बाद मेरे ग्रैंडफादर सिटी मैजिस्ट्रेट 1947 दे विच जलंधर च सीगे। परिवार जलंधर कैंट दे विच आया और जलंधर कैंट का वसनीक हो गया, मॉडल टाउन और दगोहा पिंड सी। उस तो बाद जिदा सारे लोग चंडीगढ़ वाल मूव करते हैं, चंडीगढ़ बस आए, सारे रिश्तेदार मूव कर गए और आने तो बाद असी चंडीगढ़ च वसनीक रहे। मोहाली दे कुछ पिंडां दे विच असी रहे जिथे सोशल वर्क किया। मेरे ग्रैंडफादर सरदार अवतार सिंह संधू भी सिविल सर्वेंट सी, उन्होंने नाम से मेरे पिता श्री ने एक ट्रस्ट बनाया, उसका नाम अवतार एजुकेशन ट्रस्ट है। गरीब बच्चों 600-700 बच्चों सिद्धू साहब जानते हैं कि 8-10 पिंडां दे विच मनौली सिओ पत्तो अज काफ़ी लोग इत्थे आए ने, उत्थे सोशल काम किया। मेरे फादर साहब ने जिहड़े अपनी जिंदगी सिविल सर्विसेज से शुरू की, लगभग सारे पंजाब च उन्होंने काम किया। चंडीगढ़ एडमिनिस्ट्रेशन च सारे अहुदियां च रहे, बड़े बाखूबी काम किया। एज स्टेट उदों इक्को स्टेट ऑफिसर हुंदा सी किसी जमाने दे विच, और पूरा मोहाली पंजाब सारा अक्वायर करके कॉलोनियां बनाईयां। मंडी टाउनशिप के एडमिनिस्ट्रेटर रहे और अखीर दे विच ये सारिया पदवियां लैंड तो बाद डायरैक्टर रेवन्यू रीहैबिलिटेशन रहे, बड़े लोगों को वसाया। और उस तो बाद रेजिडेंट वैलफेयर एसोसीएशन चंडीगढ़ दे विच बहुत काम किया। और मेरे नाल मजाक च गल करते होंदे सी 36 सैक्टर च कि फौजियां का सैक्टर है बई सिविल सर्वेंट नूं क्यों प्रधान बनाया। तो असी कई बार उन्होंने कहना, और शाम के समय सवेर के समय उठ के तैयार होना, अपने ट्रस्ट का काम करना। SGPC चीफ एडवाइज़र रहे, फिर कुछ समय वास्ते वो BJP के अंदर एम्पलॉयज़ एसोसीएशन पूरे पंजाब हरियाणा और चंडीगढ़ के विच रहे, पर वो शायद पोलिटिकल काम कर नहीं पाए और रिजाइन करके चले गए। पर जिन्ना किया चंगा किया। अज सारे जो लोग इत्थे इकट्ठे होए ने, चाहे वो फौज तो आए ने, चाहे
ਪੋਲੀਟੀਕਲ ਲੀਡਰਸ਼ਿਪ ਤੋਂ ਨੇ, ਚਾਹੇ ਸਿਵਲ ਸਰਵਿਸਿਜ਼ ਜਾਂ ਪੁਲਿਸ ਸਰਵਿਸਿਜ਼ ਦੇ ਵਿੱਚੋਂ ਨੇ, ਇਹ ਦਰਸਾਉਂਦਾ ਹੈ ਕਿ ਉਹ ਆਪਣੇ ਆਪ ਨੂੰ ਹਰ ਜਨੇ ਦੇ ਨਾਲ ਵਿਚਰਦੇ ਸੀ। ਅਸੀਂ ਤਾਂ ਇੱਕੋ ਚੀਜ਼ ਜਾਣਦੇ ਹਾਂ ਕਿ ਮੇਰੇ ਅਫਸਰ ਫੌਜ ਦੇ ਵਿੱਚ ਮੈਨੂੰ ਮਿਲਣ ਤੋਂ ਪਹਿਲਾਂ ਇੱਕੋ ਗੱਲ ਕਹਿੰਦੇ ਸੀ ਕਿ ਅੰਕਲ ਜੀ ਨੂੰ ਪਹਿਲਾਂ ਮਿਲ ਕੇ ਆਉਣਾ ਹੈ। ਉਹਨਾਂ ਦੇ ਨਾਲ ਦੋਸਤੀ ਹੈ ਸਾਡੀ। ਮੇਰੇ ਬ੍ਰਦਰ ਜਿਹੜੇ ਰੈਵਨਿਊ ਸਰਵਿਸਿਜ਼ 'ਚ ਨੇ, ਉਹਨਾਂ ਦੇ ਵੀ ਦੋਸਤ ਉਹਨਾਂ ਨਾਲ ਵਿਚਰਦੇ ਸੀ। ਮੇਰੇ ਬ੍ਰਦਰ ਇਨ ਲਾਅ ਨੇ, ਹੀ ਇਜ਼ ਫਰਮ ਜੁਡੀਸ਼ੀਅਲ ਸਰਵਿਸਿਜ਼, ਉਹਨਾਂ ਦੇ ਵੀ ਸਾਰੇ ਕੁਲੀਗਸ ਪਹਿਲਾਂ ਉਹਨਾਂ ਨਾਲ ਬੈਠ ਕੇ ਜਾਂਦੇ ਸੀ। ਮੇਰੇ ਕੋਰਸਮੇਟਸ ਨੇ, ਫਰੈਂਡਸ ਨੇ, ਤੇ ਉਹਨਾਂ ਦੀ ਸ਼ਖਸੀਅਤ ਅਖੀਰਲੇ ਦਮ ਤੱਕ ਉਹ ਸੋਸ਼ਲ ਵਰਕ ਕਰਦੇ ਰਹੇ, ਪਿਆਰ ਵੰਡਦੇ ਰਹੇ, ਪਿਆਰ ਦਿੰਦੇ ਰਹੇ, ਆਪਣੇ ਦੋਸਤਾਂ ਨਾਲ ਤੇ ਹਮਦਰਦ ਸੀ। ਗਰੀਬ ਕਿਸੇ ਇਨਸਾਨ ਦਾ ਕੰਮ ਹੋਣਾ ਤੇ ਅੱਜ ਵੀ ਸੈਕਟਰੀਏਟ ਚਲੇ ਜਾਣਾ, ਅੱਜ ਵੀ ਕਿਸੇ ਡਿਸਟ੍ਰਿਕਟ 'ਤੇ ਚਲੇ ਜਾਣਾ, ਉਹਦੇ ਨਾਲ ਬੈਠ ਕੇ ਰੋਟੀ ਉਹਦੇ ਘਰੋਂ ਖਾ ਕੇ ਉਹਦਾ ਕੰਮ ਕਰਾ ਕੇ ਵਾਪਸ ਆਉਣਾ। ਇੱਕੋ ਚੀਜ਼ ਕਹਿੰਦੇ ਸੀ ਕਿ ਕੋਈ ਪ੍ਰੋਬਲਮ ਇਹੋ ਜਿਹੀ ਨਹੀਂ ਹੈ, ਖੁਸ਼ੀ ਨਾਲ ਰਹੋ, ਚੜ੍ਹਦੀ ਕਲਾ 'ਚ ਰਹੋ, ਪਿਆਰ ਦਿਓ। ਇਹਨਾਂ ਛੋਟੇ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ। ਅਰਦਾਸ ਇਹ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਔਰ ਪਰਿਵਾਰ ਨੂੰ ਭਾਣਾ ਮੱਲਣ ਦਾ ਇਹ ਜਿਹੜਾ ਦੁੱਖ ਦਾ ਘੜੀ ਹੈ ਉਹਦਾ ਸਟਰੈਂਥ ਦੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਕਾਫੀ ਸੀਨੀਅਰ ਲੋਕੀ ਬੈਠੇ ਜਿਹੜੇ ਥੋੜ੍ਹੇ ਸੇ ਜੁੜੇ ਨੇ, ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਬਸ 30 ਸੈਕਿੰਡਸ, ਜ਼ਿਆਦਾ ਸਮਾਂ ਨਾ ਲਈਏ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲੰਬੇ ਲੈਕਚਰ ਅੱਛੇ ਨਹੀਂ ਹੁੰਦੇ। ਮੈਂ ਮੇਰੇ ਖਿਆਲ ਲੰਬਾ ਕਰ ਗਿਆ ਕਿਉਂ ਕਰਕੇ ਬੇਟਾ ਤੇ ਥੋੜ੍ਹੀ ਜਿਹਾ ਕੰਸੈਸ਼ਨ ਮਿਲ ਗਿਆ। ਮੈਂ ਹੁਣ ਰਿਕੁਐਸਟ ਕਰਾਂਗਾ GOC&C ਸੈਂਟਰਲ ਕਮਾਂਡ ਲੈਫਟੀਨੈਂਟ ਜਨਰਲ ਇਕਰੂਪ ਸਿੰਘ ਘੁੰਮਣ ਜੇ 15-20 ਸੈਕਿੰਡ ਉਹ ਕੁਛ ਦੱਸ ਸਕਣ ਉਹਦੇ ਬਾਰੇ। ਸਰਦਾਰ ਹਰਦੀਪ ਸਿੰਘ ਸੰਧੂ ਜੀ ਦਾ ਸਾਡੇ ਨਾਲ ਜਿਹੜਾ ਰਿਲੇਸ਼ਨ ਆਰਮੀ ਦੇ ਵਿੱਚ, ਖਾਸ ਕਰਕੇ 17 ਗਾਰਡ ਜਿਹਦੇ ਵਿੱਚ ਕਰਨਲ ਜਸਦੀਪ ਸੰਧੂ ਸਾਹਿਬ ਆਏ ਸੀਗੇ 84 'ਚ, ਉਦੋਂ ਦਾ ਉਹਨਾਂ ਦੇ ਨਾਲ ਸਾਡਾ ਲਿੰਕ ਹੈ। ਔਰ ਇਹ ਜਿਹੜਾ ਲਿੰਕ ਹੈ ਇਹ ਇੱਕ ਕਿਸਮ ਦਾ ਇੱਕ ਪਰਿਵਾਰ ਦਾ ਲਿੰਕ ਸੀ। ਉਹ ਨਾਲ ਨਾਲ ਆਪਣੇ ਹੋਰ ਪਰਿਵਾਰ, ਚਾਹੇ ਉਹ ਵਿਰਕ ਪਰਿਵਾਰ ਹੈ, ਗਰੇਵਾਲ ਪਰਿਵਾਰ ਹੈ, ਮਾਨ ਪਰਿਵਾਰ ਹੈ, ਬਾਜਵਾ ਹੈ, ਸਭ ਨੂੰ ਅਸੀਂ ਜਾਣਦੇ ਸੀ। ਉਹਨਾਂ ਦੀ ਬਦੌਲਤ ਸੀ ਕਿ ਜਦੋਂ ਵੀ ਅਸੀਂ ਉਹਨਾਂ ਕੋਲ ਗਏ ਹਾਂ ਉਹਨਾਂ ਨੇ ਸਾਡੇ ਨਾਲ ਪੂਰੀ ਲਾਈਫ ਆਪਣੀ ਸ਼ੇਅਰ ਕੀਤੀ ਹੈ। ਉਹਨਾਂ ਦੀਆਂ 2-3 ਗੱਲਾਂ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ ਹਾਂ। ਪਹਿਲੀ ਚੀਜ਼ ਆ ਇੰਟਰਸਟ ਹੁੰਦਾ ਲੋਕਾਂ ਦੇ ਵਿੱਚ। ਜਦੋਂ ਵੀ ਮਿਲਣਾ ਉਹਨਾਂ ਨੇ ਹਰ ਆਦਮੀ ਨੂੰ ਪੁੱਛਣਾ ਤੇਰਾ ਬੇਟਾ ਕੀ ਆ, ਤੁਹਾਡੇ ਪੇਰੈਂਟਸ ਕੀ, ਸਭ ਕੁਝ ਕਰਨਾ ਔਰ ਅਪਡੇਟ ਕਰਦੇ ਰਹਿੰਦੇ ਸੀ ਆਪਣੇ ਆਪ ਨੂੰ। ਦੂਸਰੀ ਕੁਆਲਿਟੀ ਸੀ ਉਹਨਾਂ ਦੀ ਨੌਨ ਅਟੈਚਮੈਂਟ। ਕਦੀ ਵੀ ਮੈਂ ਉਹਨਾਂ ਨੂੰ ਕੋਈ ਚੀਜ਼ ਪੋਜ਼ੈਸ ਕਰਦੇ ਨਹੀਂ ਦੇਖਿਆ, ਇਹ ਮੇਰੀ ਆ ਚੀਜ਼ ਜਾਂ ਆ ਮੈਂ ਆ ਚੀਜ਼ ਲਈ ਆ। ਇੱਕ ਸੰਤ ਦੀ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਸੀ। ਉਹਨਾਂ ਨੂੰ ਮੈਂ ਬਿਲਕੁਲ ਸਿੰਪਲ ਲਾਈਫ ਲੀਡ ਕਰਦੇ ਹੋਏ ਦੇਖਿਆ। ਔਰ ਲਾਸਟ ਚੀਜ਼ ਜਿਹੜੀ ਮੇਰੀ ਉਹਨਾਂ ਨੇ ਫੁਲਫਿਲ ਕੀਤੀ ਹੈ ਪਰਸਨਲ ਤੌਰ 'ਤੇ, ਉਹ ਹੈ ਫਾਦਰਲੀ ਪ੍ਰਾਈਡ। ਜਦੋਂ ਵੀ ਮੇਰੀ ਜ਼ਿੰਦਗੀ 'ਚ ਕੋਈ ਪ੍ਰਮੋਸ਼ਨ ਆਈ ਆ, ਸੋ ਉਹਨਾਂ ਨੇ ਇੱਕ ਕਿਸਮ ਦਾ ਮੇਰੇ ਨਾਲ ਬੜਾ ਇਹ ਲੱਗ ਰਿਹਾ ਸੀ ਕਿ ਉਹ ਮੇਰੇ ਫਾਦਰ ਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਸੰਧੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਤਰੇ ਸਾਸਨ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। क्या जाने कि मरे कैसा मरना होए, जेकर सह मरना वैसे सहला मरना हो। मैं बड़े विश्वास न कह सकता कि हरदीप सिंह संधू जी मौत है वो सहली है। जिवें पहला जलसा दस के गए ने कि उन्होंने किसी चीज़ को पजेस नहीं किया, मैं मेरी गल नहीं की। हमेशा ही निस्वार्थ इस समाज की सेवा करने की उन्हें अंदर एक बहुत बड़ी ताकत सी। मैं ये कह सकता सानू बहुत कुछ जो विरासत मिलता है, उनकी विरासत बहुत अमीर सी, क्योंकि नानके वाले पासों दादके वाले पासों जोड़े उनके पिता जी सा अवतार सिंह संधू जोड़े कि किसी टाइम साडा ये मेरा इलाका जितों मैं कंस्टिट्यूंसी तो MLA बनता है, इस इलाके उधर ना गड्डियां होंदियां सी ते ना बसां होंदियां सी। उन्होंने बाबा DC करके जानते सारे कि साइकिल के उत्ते किताबां रख के पिंड पिंड जाना ते लोकां नूं बुक्स देणियां ते बुक्स दे के कहना तुसीं इह बच्चों नूं पढ़ाओ। उही जिहड़ी गुरज सी, उही गुरती उन्होंने अपने सुपुत्र साहब हरदीप सिंह संधू ने। और मैं तकरीबन 15 साल तो
ਜਿਹੜਾ ਹੈਰੀਟੇਜ ਪਬਲਿਕ ਸਕੂਲ ਜਿਹੜਾ ਅਵਤਾਰ ਟਰਸਟ ਦੇ ਨਾਂ 'ਤੇ ਜਗਤਪੁਰ ਦੇ ਵਿੱਚ ਚੱਲ ਰਿਹਾ ਜਿਹੜਾ ਸਕੂਲ, ਮੈਂ ਇਹ ਕਹਿ ਸਕਦਾ ਹਾਂ ਕਿ ਜੇ ਅਸਲ ਮਾਇਨਿਆਂ ਦੇ ਵਿੱਚ ਕੋਈ ਸਕੂਲ ਸਰਵਿਸ ਦੇ ਰਿਹਾ ਜਿਹੜੇ ਜ਼ਰੂਰਤਮੰਦ ਲੋਕ ਨੇ, ਤਾਂ ਉਹ ਸੰਸਦ ਦਾ ਬਣਾਇਆ ਸਕੂਲ ਹੈ ਕਿ ਜਿੱਥੇ 600-700 ਬੱਚੇ ਜਿਹੜੇ ਕਿ ਜਿਨ੍ਹਾਂ ਦੀ ਪਾਕਟ ਅਲਾਓ ਹੀ ਨਹੀਂ ਕਰਦੀ, ਉਹਨਾਂ ਨੂੰ ਪੜ੍ਹਾਉਣਾ ਤੇ ਉਹਨਾਂ ਨੂੰ ਬੁੱਕਸ ਦੇਣੀਆਂ ਤੇ ਉਹਨਾਂ ਦਾ ਹਰ ਤਰੀਕੇ ਨਾਲ, ਇਹ ਨਹੀਂ ਕਿ ਇਕੱਲਾ ਐਜੂਕੇਸ਼ਨ ਵਾਲੇ ਪਾਸੇ, ਉਹਨਾਂ ਦਾ ਹਰ ਫੀਲਡ ਦੇ ਵਿੱਚ ਜਾ ਕੇ ਮਦਦ ਕਰਨੀ, ਇਸ ਪਰਿਵਾਰ ਦੀ ਬਹੁਤ ਵੱਡੀ ਫਿਤਰਤ ਹੈ। ਉਹਨਾਂ ਦੇ ਸੁਪੁੱਤਰ ਸਾਹਿਬ ਜਗਜੀਤ ਸਿੰਘ ਸੰਧੂ ਜੀ ਕੰਨ ਸਾਹਿਬ ਸਾਡੇ ਦੋਸਤ ਨੇ, ਉਹਨਾਂ ਦੀ ਬੇਟੀ ਰੂਪਕੌਰ ਜਿਹਦੇ ਹਸਬੈਂਡ ਸਾਹਿਬ ਮਰਿੰਦਰ ਸਿੰਘ ਗਰੇਵਾਲ ਸਾਹਿਬ ਵੀ ਮੇਰੇ ਜਿਹੜੇ ਸੈਸ਼ਨ ਜੱਜ ਨੇ ਕਪੂਰਥਲੇ, ਮੇਰੇ ਚੰਗੇ ਪੁਰਾਣੇ ਦੋਸਤ ਨੇ। ਦਾ ਛੋਟਾ ਵੀਰ ਜੀ ਮੈਂ ਬੜੀ ਜੀ ਨਹੀਂ ਮਿਲਿਆ ਜਿਹੜੇ ਕਿ ਸੈਂਟਰਲ ਐਕਸਾਈਜ਼ 'ਚ ਨੇ। ਮੈਂ ਇਹ ਕਹਿ ਸਕਦਾ ਇਸ ਪਰਿਵਾਰ ਨੇ ਜੋ ਨਿਰਸਵਾਰਥ ਇਹ ਸਾਡੇ ਸਮੁੱਚੇ ਇਲਾਕੇ ਦੀ ਸੇਵਾ ਕੀਤੀ। ਭਾਵੇਂ ਚੰਡੀਗੜ੍ਹ ਬਣਨ ਤੋਂ ਬਾਅਦ ਚੰਡੀਗੜ੍ਹ 'ਚ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਆ ਕੇ ਵਸ ਗਏ, ਪਰ ਸਾਡਾ ਇਲਾਕਾ ਫਿਰ ਵੀ ਇਹ ਬਹੁਤ ਬੈਕਵਰਡ ਸੀ। ਬਹੁਤ ਮੈਂ ਕਹਿੰਦਾ ਅੱਜ ਵੀ ਜੇ ਐਜੂਕੇਸ਼ਨ ਦੇ ਤੌਰ 'ਤੇ ਦੇਖੀਏ ਸਾਡੇ ਬਹੁਤ ਘੱਟ ਗਿਣਤੀ ਅਫਸਰ ਹੋਣਗੇ, ਬਹੁਤ ਘੱਟ ਗਿਣਤੀ ਸਰਵਿਸ ਲੋਕ ਹੋਣਗੇ ਜਾਂ ਕਲੈਰੀਕਲ ਜਾਂ ਹੋਰ ਹੋਣਗੇ, ਪਰ ਸੰਧੂ ਪਰਿਵਾਰ ਨੇ ਇਸ ਇਲਾਕੇ 'ਚ ਆ ਕੇ ਜੋ ਐਜੂਕੇਸ਼ਨ ਦਾ ਦੀਵਾ ਜਗਾਇਆ, ਉਹਦੇ ਨਾਲ ਬਹੁਤ ਵੱਡਾ ਫਰਕ ਸਾਡੇ ਇਸ ਇਲਾਕੇ ਨੂੰ ਪਿਆ। ਮੈਂ ਅੰਤ ਵਿੱਚ ਆਪਣੇ ਵੱਲੋਂ ਔਰ ਜੋ ਉਹਨਾਂ ਨਾਲ ਗੁਜ਼ਾਰੇ ਹੋਏ ਪਲ, ਮੈਂ ਹਰ ਸਾਲ ਸਕੂਲ ਦੇ ਸਾਲਾਨਾ ਫੰਕਸ਼ਨ 'ਤੇ ਉੱਥੇ ਜਾ ਕੇ ਹਾਜ਼ਰੀ ਭਰਦਾ ਸੀ, ਅਤੇ ਜੋ ਉਹਨਾਂ ਦਾ ਨਿੱਘਾ ਸੁਭਾਅ, ਜੋ ਉਹਨਾਂ ਦਾ ਜੋ ਦੀ ਵਿਰਾਸਤ ਛੱਡ ਕੇ ਗਏ ਨੇ ਕੱਲ ਸਾਹਿਬ, ਛੋਟੇ ਵੀਰ ਜੀ, ਭੈਣ ਜੀ, ਇੱਕ ਅਮੀਰ ਵਿਰਸਾ ਹੈ ਅਤੇ ਇਹਨਾਂ ਨੇ ਵੀ ਉਸ ਗੱਲ ਨੂੰ ਇਹ ਅੱਗੇ ਲੈ ਕੇ ਤੁਰੇ ਨੇ। ਅੱਜ ਕੋਈ ਬੰਦਾ ਇਹ ਅਸੀਂ ਕਈ ਵਾਰੀ ਕੱਲ ਸਾਹਿਬ ਆਪਣੇ ਮੂੰਹ ਕਹੇ ਮੈਂ ਕੱਲ ਫੌਜ 'ਚ ਆਰਮੀ 'ਚ ਅਸੀਂ ਤਾਂ ਮਹਿਸੂਸ ਕਰਦੇ ਵੀ ਤਾਂ ਬਹੁਤ ਵੱਡੇ ਸਿਆਸੀ ਲੀਡਰ ਨੇ ਕਿ ਜਿਨ੍ਹਾਂ ਦਾ ਹਰ ਸਰਕਲ ਦੇ ਵਿੱਚ, ਚਾਹੇ ਉਹ ਪੋਲੀਟੀਕਲ ਹੋਵੇ, ਚਾਹੇ ਉਹ ਸਮਾਜਿਕ ਹੋਵੇ, ਚਾਹੇ ਕੋਈ ਬਿਊਰੋਕਰੇਟਸ ਹੋਣ, ਚਾਹੇ ਕੋਈ ਆਰਮੀ ਦੇ ਲੋਕ ਹੋਣ, ਉਹਨਾਂ 'ਚ ਇਹਨਾਂ ਨੇ ਆਪਣਾ ਨਾਮ ਬਣਾਇਆ ਅਤੇ ਇਹਨਾਂ ਨੂੰ ਪਰਿਵਾਰ ਇਹ ਪਿਆਰ ਆਪਣੀ ਵਿਰਾਸਤ ਮਿਲਿਆ। ਮੇਰੇ ਸਾਥੀ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਬਾਜਵਾ ਸਾਹਿਬ ਦਾ ਸਭਾ ਮੈਂਬਰ, ਉਹ ਵੀ, ਅਤੇ ਵਿਜੇ ਸਿੰਘਲਾ ਮੇਰਾ ਕੈਬਨਿਟ ਦਾ ਸਾਥੀ ਹੈ, ਅਤੇ ਸਾਡੇ ਅਕਾਰ ਨਾਭਾ ਸਾਹਿਬ MLA ਸਾਹਿਬ, GP ਸਿੰਘ ਜੀ, ਹੋਰ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਪਰਿਵਾਰ ਤੌਰ 'ਤੇ ਪਰਿਵਾਰ ਨਾਲ ਤੋਂ ਸਾਂਝਾ ਕਰਨ ਵਾਸਤੇ ਆਈਆਂ ਨੇ। ਅਤੇ ਉੱਥੇ ਮੈਂ ਵੀ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਆਪਣੀ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਅਤੇ ਸਾਡੇ ਪ੍ਰਧਾਨ ਜਾਖੜ ਸਾਹਿਬ ਔਰ ਖਾਸ ਕਰਕੇ ਮਨੀਸ਼ ਤਿਵਾੜੀ ਜਿਹੜੇ ਕਿ ਇੱਥੋਂ ਦੇ ਲੋਕ ਸਭਾ ਦੇ ਮੈਂਬਰ ਹੈ, ਉਹਨਾਂ ਵੱਲੋਂ ਉਸ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਅਤੇ ਪਰਿਵਾਰ ਨੂੰ ਜਿੱਥੇ ਇਹ ਭਾਣਾ ਮੰਨਣ ਦਾ ਬਖਸ਼ੋ ਅਤੇ ਪਰਿਵਾਰ 'ਤੇ ਮਿਹਰ ਪ੍ਰਾਪਤ ਰੱਖੋ ਕਿ ਪਰਿਵਾਰ ਜੋ ਉਹਨਾਂ ਦੇ ਅਧੂਰੇ ਕੰਮ ਨੇ ਜਾਂ ਸੁਪਨੇ ਨੇ ਉਹਨੂੰ ਪੂਰਾ ਕਰਦਾ ਰਹੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਰਦਾਰ ਹਰਦੀਪ ਸਿੰਘ ਜੀ ਸੰਧੂ ਜੀ, ਜਿਨ੍ਹਾਂ ਨੇ ਇਸ ਸਮਾਜ ਦੇ ਵਿੱਚ ਸੇਵਾ ਦਾ ਨਿਭਾਈਆਂ ਔਰ ਕੱਲੀਆਂ ਪ੍ਰਸ਼ਾਸਨਿਕ ਸੇਵਾਵਾਂ ਨਹੀਂ, ਸਮਾਜਿਕ ਸੇਵਾਵਾਂ ਵੀ ਨਿਭਾਈਆਂ। ਔਰ ਇਹ ਪਰਿਵਾਰ ਜਿਹੜਾ, ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਇਆ ਔਰ ਉਸ ਤੋਂ ਬਾਅਦ ਜਲੰਧਰ ਆਇਆ, ਔਰ ਕਰਨਲ ਸਾਹਿਬ ਦਾ ਬਚਪਨ ਵੀ ਉੱਥੇ ਗੁਜ਼ਰਿਆ ਅਤੇ ਮੈਂ ਵੀ ਉਸ ਹਲਕੇ ਤੋਂ, ਉਸੇ ਖੇਤਰ ਤੋਂ ਹਾਂ। ਉਹਨਾਂ ਦੇ ਗੁਆਂਢੀ ਦੇ ਤੌਰ 'ਤੇ ਵੀ ਸਾਡੇ ਰਿਸ਼ਤੇ ਜਿਹੜੇ, ਔਰ ਜਿਸ ਤਰ੍ਹਾਂ ਦੱਸਿਆ ਕਿ ਸਰਦਾਰ ਅਵਤਾਰ ਸਿੰਘ ਜੀ ਨੇ ਇਸ ਦੇਸ਼ ਦੀ ਸੇਵਾ ਕੀਤੀ, ਔਰ ਮੈਂ ਜਦੋਂ ਦੇਖਦਾ ਕਿ ਇਹਨਾਂ ਦੇ ਪਰਿਵਾਰ ਦੇ ਹਰ ਸਦੱਸਿਆ ਨੇ ਕਿਤੇ ਨਾ ਕਿਤੇ ਕਿਸੇ ਮਹਿਕਮੇ 'ਚ ਤਕਰੀਬਨ ਸਾਰਿਆਂ 'ਚ ਸੇਵਾਵਾਂ ਦਿੱਤੀਆਂ, ਚਾਹੇ ਉਹ ਪ੍ਰਸ਼ਾਸਨਿਕ ਸੇਵਾਵਾਂ ਦਿੱਤੀਆਂ, ਚਾਹੇ ਉਹ ਫੌਜ ਦੇ ਵਿੱਚ ਸੇਵਾਵਾਂ ਦਿੱਤੀਆਂ। ਉਹਨਾਂ ਦੇ ਬ੍ਰਦਰ ਜਿਹੜੇ ਛੋਟੇ ਨਵਦੀਪ ਸਿੰਘ ਜੀ, ਉਹ ਕਸਟਮ ਦੇ ਵਿੱਚ ਜਿਵੇਂ ਦੱਸਿਆ ਗਿਆ, ਔਰ ਸਰਦਾਰ ਕਰਨਲ JS ਸੰਧੂ ਜੀ, ਜਿਨ੍ਹਾਂ ਨਾਲ ਮੇਰਾ ਬੜਾ ਲੰਬੇ ਜਾਣੀ
ਜਦੋਂ ਤੋਂ ਅਸੀਂ ਮੈਂ ਰਾਜਨੀਤੀ ਦੇ ਵਿੱਚ ਆਇਆ ਕਾਫੀ ਉਹਨਾਂ ਦਾ ਪਿਆਰ ਸਾਡਾ ਬਣਿਆ ਰਿਹਾ। ਔਰ ਅੱਜ ਮੈਂ ਜਦੋਂ ਜਲੰਧਰ ਤੋਂ ਆ ਰਿਹਾ ਸੀ ਤੇ ਮੈਂ ਕਈਆਂ ਨੂੰ ਫੋਨ ਕੀਤੇ, ਕੁਝ ਅਫਸਰਾਂ ਨੂੰ ਵੀ ਕੀਤੇ ਕਿ ਮੈਂ ਅੱਜ 34 ਸੈਕਟਰ 'ਚ ਜਾਣਾ, ਤੇ ਉਹ 34 ਸੈਕਟਰ ਦਾ ਨਾਂ ਸੁਣ ਕੇ ਪੁੱਛਦਾ ਅੱਛਾ ਸੰਧੂ ਸਾਹਿਬ ਦੇ ਜਾਣਾ ਉੱਥੇ ਭੋਗ 'ਤੇ। ਭਾਵ ਮੇਰਾ ਦੱਸਣ ਦਾ ਇਹ ਹੈ ਕਿ ਸਮਾਜ ਦੇ ਵਿੱਚ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਔਰ ਇੱਕ ਬਹੁਤ ਵੱਡੀ ਜਗ੍ਹਾ ਸਥਾਨ ਜਿਹੜਾ ਹੈ ਉਹਨਾਂ ਨੇ ਬਣਾਇਆ। ਔਰ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਇੱਥੇ ਆਫੀਸਰਸ ਵੀ ਆਏ ਨੇ, ਰਾਜਨੀਤਿਕ ਸ਼ਖਸੀਅਤਾਂ ਵੀ ਆਈਆਂ ਨੇ, ਔਰ ਸਰਦਾਰ ਹਰਦੀਪ ਸਿੰਘ ਜੀ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਤੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਕਰਕੇ ਵੀ ਸਾਡੇ ਉਹਨਾਂ ਦੇ ਨਾਲ ਰਿਸ਼ਤੇ ਜਿਹੜੇ ਆ ਬਣੇ ਹੈ, ਕਿਉਂਕਿ ਉਹਨਾਂ ਨੇ ਇੰਪਲਾਈਜ਼ ਜਿਹੜਾ ਸਾਡਾ ਸੈੱਲ ਹੈ ਉਹਦੇ ਦੇ ਪ੍ਰਮੁੱਖ ਦੇ ਰੂਪ ਦੇ ਵਿੱਚੋਂ ਵੀ ਬੜਾ ਸੇਵਾਵਾਂ ਦਿੱਤੀਆਂ। ਔਰ ਇਹ ਪਰਿਵਾਰ ਜਿੱਥੇ ਮੈਂ ਦੱਸ ਰਿਹਾ ਸੀ ਕਿ ਪ੍ਰਸ਼ਾਸਨਿਕ ਸਾਰੇ ਖਿੱਤਿਆਂ ਦੇ ਵਿੱਚ ਇਹਨਾਂ ਨੇ ਸੇਵਾਵਾਂ ਦਿੱਤੀਆਂ, ਉੱਥੇ ਇਹ ਜਿਹੜਾ NGO ਦੇ ਰੂਪ 'ਚ ਸੇਵਾਵਾਂ ਜਿਹੜੀਆਂ ਦੇ ਰਹੇ ਨੇ। ਜਿਵੇਂ ਦੱਸਿਆ ਕਿ ਅਵਤਾਰ ਉਹਨਾਂ ਦੇ ਦਾਦਾ ਜੀ ਦੇ ਨਾਂ 'ਤੇ ਸਕੂਲ ਚੱਲਦਾ, ਪਰ ਜਲੰਧਰ ਦੇ ਵਿੱਚ ਹੋਣੀ ਜੀ ਉਹਨਾਂ ਦੀ ਇੱਕ ਸਹਾਇਤਾ ਨਾਂ ਦੀ ਵੀ NGO ਚੱਲਦੀ ਹੈ, ਜਿਹੜੀ ਸਹਾਇਤਾ ਦੇ ਰੂਪ ਦੇ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦੇ ਵਿੱਚ ਉਹ ਸਹਾਇਕ ਹੁੰਦੀ ਹੈ। ਸੋ ਇਹ ਇੱਕ ਕਹਿ ਸਕਦੇ ਕਿ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਇਸ ਪਰਿਵਾਰ 'ਤੇ ਹੈ। ਔਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਵਾਹਿਗੁਰੂ ਜੀ ਕੋਲੋਂ ਅਰਦਾਸ ਬੇਨਤੀ ਵੀ ਕਰਾਂਗਾ ਕਿ ਇਸ ਪਰਿਵਾਰ ਦੇ ਉੱਤੇ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖੇ, ਔਰ ਤਾਂ ਕਿ ਇਹ ਸੇਵਾਵਾਂ ਕਰਦਾ ਹੋਇਆ ਜਿੱਥੇ ਨਾ ਤਾਂ ਆਪਣਾ ਖੱਟੇਗਾ ਹੀ, ਪਰ ਗੁਰੂਆਂ ਦੇ ਓਟ ਆਸਰਾ ਲੈ ਕੇ ਸਮਾਜ ਦੇ ਵਿੱਚ ਇੱਕ ਜਿਹੜੀਆਂ ਸੇਵਾਵਾਂ ਕਰਦਾ ਹੋਇਆ, ਜਿਹੜੀ ਗੁਰੂਆਂ ਦੀ ਸਾਨੂੰ ਜਿਹੜੀ ਗੁੜਤੀ ਹੈ ਉਹਦੇ 'ਤੇ ਵੀ ਕੰਮ ਕਰਦਾ ਹੋਇਆ ਅੱਗੇ ਵਧੇ। ਸੋ ਮੈਂ ਅੰਤ ਵਿੱਚ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ, ਭਾਣਾ ਮੰਨਣ ਦਾ ਪਰਿਵਾਰ ਨੂੰ ਸ਼ਕਤੀ ਦੇਵੇ, ਔਰ ਸਮਾਜ ਦੀ ਸੇਵਾ ਕਰਦੇ ਹੋਏ ਅੱਗੇ ਵਧਣ। ਔਰ ਮੈਂ ਆਪਣੇ ਵੱਲੋਂ, ਆਪਣੀ ਸਮੁੱਚੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਇਸ ਪਵਿੱਤਰ ਸਥਾਨ ਤੇ ਇਕੱਤਰ ਹੋਈ ਗੁਰੂ ਰੂਪੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਆਪਣੇ ਸਭ ਦੇ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਸੰਧੂ ਸਾਹਿਬ ਜੀ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋਏ। ਮੌਤ ਇੱਕ ਅਟਲ ਸੱਚ ਹੈ, ਜੋ ਇਨਸਾਨ ਇਸ ਧਰਤੀ ਤੇ ਆਇਆ ਉਹਨੇ ਚਲੇ ਜਾਣਾ। ਮਿੱਟੀ ਦੀ ਵੀ ਮੌਤ ਹੋਣੀ ਹੈ, ਜ਼ਿੰਦਗੀ ਉਹ ਜੀਓ ਜਿਹਨੂੰ ਮੌਤ ਵੀ ਨਾ ਮਾਰ ਸਕੇ। ਜਿਸ ਤਰ੍ਹਾਂ ਜਸਦੀਪ ਜੀ ਨੇ ਕਿਹਾ, ਮੇਰੇ ਬਜ਼ੁਰਗਾਂ ਦਾ ਤੇ ਅੰਕਲ ਦਾ ਬਹੁਤ ਨੇੜ ਦਾ ਰਿਸ਼ਤਾ ਸੀ, ਔਰ ਉਸੇ ਰਿਸ਼ਤੇ ਨੇ ਮੇਰੇ ਬਜ਼ੁਰਗਾਂ ਦੇ ਅਕਾਲ ਚਲਾਣਾ ਹੋਣ ਤੋਂ ਬਾਅਦ ਇਸ ਰਿਸ਼ਤੇ ਨੂੰ ਮੇਰੇ ਤੱਕ ਕਾਇਮ ਰੱਖਿਆ। ਔਰ ਇਹ ਸੰਧੂ ਪਰਿਵਾਰ ਦੀ ਫੁਲਵਾੜੀ ਵਾਲੇ ਸੋਚ ਬਾਰੇ, ਅੰਕਲ ਦੀ ਔਰ ਅੰਕਲ ਦੀ ਸ਼ਖਸੀਅਤ ਬਾਰੇ, ਔਰ ਇਸ ਪਰਿਵਾਰ ਦੀਆਂ ਗੁੱਝੀਆਂ ਸੰਬੰਧਾਂ ਬਾਰੇ ਬਹੁਤ ਕੁਝ ਇਸ ਮੰਚ ਤੋਂ ਕਿਹਾ ਗਿਆ। ਮੈਂ ਜ਼ਿਆਦਾ ਲੰਬਾ ਨਹੀਂ ਕਹਿਣਾ ਕਿਉਂਕਿ ਵਕਤ ਬਹੁਤ ਹੋ ਗਿਆ। ਇਹੀ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਇਸ ਸੂਬੇ ਦੀ ਵੱਖ-ਵੱਖ ਸੰਸਥਾਵਾਂ ਦੇ ਵਿੱਚ ਸੇਵਾ ਕਰਨ ਦੀ ਤਾਕਤ ਬਖਸ਼ੇ। ਪ੍ਰਮਾਤਮਾ ਇਸ ਪਰਿਵਾਰ ਨੂੰ, ਜਿਸ ਤਰ੍ਹਾਂ ਇਸ ਪਰਿਵਾਰ ਨੇ ਹਰ ਵਰਗ ਦੇ ਵਿੱਚ ਆਪਣਾ ਸਥਾਨ ਬਣਾਇਆ ਹੈ, ਤੁਹਾਡੇ ਲੋਕਾਂ ਦਾ ਜੋ ਸਹਿਯੋਗ ਤੇ ਆਸ਼ੀਰਵਾਦ, ਜੋ ਪਿਆਰ ਇਸ ਪਰਿਵਾਰ ਨੂੰ ਹਮੇਸ਼ਾ ਮਿਲਿਆ ਹੈ, ਉਹ ਅੱਜ ਅੰਕਲ ਦੇ ਜਾਣ ਤੋਂ ਬਾਅਦ ਤੁਹਾਡੇ ਆਸ਼ੀਰਵਾਦ ਦੀ ਤਾਕਤ ਨਾਲ ਇਹ ਪਰਿਵਾਰ ਨੂੰ ਹੋਰ ਪ੍ਰਮਾਤਮਾ ਬਖਸ਼ਿਸ਼ ਕਰੇ ਕਿ ਇਹ ਲੋਕ ਸੇਵਾ ਵਿੱਚ, ਰਾਜਨੀਤੀ ਦੀ ਸੇਵਾ ਵਿੱਚ, ਫੌਜ ਦੀ ਸੇਵਾ ਵਿੱਚ, ਜੁਡੀਸ਼ਰੀ ਦੀ ਸੇਵਾ ਵਿੱਚ ਇਹ ਸਾਰਾ ਪਰਿਵਾਰ ਅੱਗੇ ਹੋ ਕੇ, ਅਗਰਸਰ ਹੋ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਵਿੱਚ ਹਮੇਸ਼ਾ ਰੁੱਝਿਆ ਰਹੇ। ਔਰ ਅੱਜ ਦਾ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਭਾਵੇਂ ਅੱਜ ਅੰਕਲ ਸਰੀਰਕ ਰੂਪ ਦੇ ਵਿੱਚ ਸਾਡੇ ਵਿੱਚ ਨਹੀਂ, ਪਰ ਸਮੁੱਚੇ ਇਲਾਕੇ ਵਿੱਚ ਉਹਨਾਂ ਦੀ ਖੁਸ਼ਬੂ ਅੱਜ ਵੀ ਹੈ। ਸੋ ਮੈਂ ਜਿੱਥੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਾ ਹੋਇਆ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ
ਇਹੀ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਸਾਨੂੰ ਸਾਰੇ ਪਰਿਵਾਰ ਨੂੰ, ਸਖੇ ਸੰਬੰਧੀ, ਦੋਸਤ ਮਿੱਤਰ ਸਾਰਿਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਦੀਪ ਸਿੰਘ ਸੰਧੂ ਮੇਰੇ ਪਿਤਾ ਜੀ ਉਹਦੇ ਚੀਫ ਐਡਵਾਈਜ਼ਰ ਰਹੇ, ਪਹਿਲੇ ਤੇ ਆਖਰੀ ਚੀਫ ਐਡਵਾਈਜ਼ਰ ਰਹੇ, ਔਰ ਉਹਨਾਂ ਦੀ ਸ਼ਰਧਾਂਜਲੀ ਇੱਥੇ ਪਹੁੰਚੀ ਹੈ। ਅਸੀਂ ਸਾਰਾ ਪਰਿਵਾਰ ਤਹਿ ਦਿਲ ਤੋਂ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਹੁਣ ਅਖੀਰ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ, ਮੈਂਬਰ ਆਫ ਪਾਰਲੀਮੈਂਟ, ਫਾਰਮਰ PPCI ਪ੍ਰੈਜ਼ੀਡੈਂਟ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਚੰਦ ਲਫ਼ਜ਼ਾਂ ਦੇ ਨਾਲ ਆਪਣੀ ਸ਼ਰਧਾਂਜਲੀ ਪੇਸ਼ ਕਰਨ। ਪਾਵਨ ਹਜ਼ੂਰੀ 'ਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਵਾਸਤੇ ਬਹੁਤ ਦੁਖਦਾਈ ਮੌਕਾ ਹੈ। ਸਾਡੇ ਬਹੁਤ ਹੀ ਪਰਮ ਪਿਆਰੇ ਸਰ ਹਰਦੀਪ ਸਿੰਘ ਜੀ ਸੰਧੂ ਸਾਹਿਬ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਅਸੀਂ ਸਾਰੇ ਅੱਜ ਇਕੱਤਰਿਤ ਹੋਏ ਹਾਂ। ਬਹੁਤ ਸਾਰੇ ਵੀਰਾਂ ਨੂੰ, ਭੈਣਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਾ ਹੋਏ ਕਿ ਸਾਡੀ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਸੰਧੂ ਪਰਿਵਾਰ ਦੇ ਨਾਲ ਹੈ। ਮੇਰੇ ਗ੍ਰੈਂਡਫਾਦਰ ਤੋਂ ਸਾਡੇ ਫਾਦਰ ਦਾ ਬਹੁਤ ਕਰੀਬੀ ਤਾਲੁਕ ਇਹਨਾਂ ਦੇ ਪਿਤਾ ਨਾਲ, ਇਹਨਾਂ ਦੇ ਗ੍ਰੈਂਡਫਾਦਰ ਨਾਲ ਸੀ। ਤੇ ਜਦੋਂ ਮੈਂ ਕਰਨਲ ਸਾਹਿਬ ਕੋ ਸੁਣ ਰਿਹਾ ਸੀ ਕਿ ਆਪਣੇ ਫਾਦਰ ਨੂੰ ਟ੍ਰਿਬਿਊਟ ਦੇ ਰਹੇ ਨੇ, ਤੇ ਇਟ ਵਾਜ਼ ਅ ਟ੍ਰਿਬਿਊਟ ਫਰਮ ਅ ਪ੍ਰਾਊਡ ਸਨ ਟੂ ਅ ਪ੍ਰਾਊਡ ਫਾਦਰ। ਬਹੁਤ ਘੱਟ ਜਿਹੜੀ ਨਾਮੀ ਫੈਮਲੀਜ਼ ਨੇ ਜਿਹੜੀਆਂ ਪਾਕਿਸਤਾਨ 'ਚੋਂ ਆਈਆਂ, ਨਾਨਕਿਆਂ ਵੱਲੋਂ, ਦਾਦਕਿਆਂ ਵੱਲੋਂ, ਉਸ ਟਾਈਮ ਜਦੋਂ ਐਜੂਕੇਸ਼ਨ ਬਹੁਤ ਘੱਟ ਸੀ, ਅਨਪੜ੍ਹਤਾ ਸੀ ਸਾਰੇ ਪੰਜਾਬ ਦੇ ਵਿੱਚ, ਉਸ ਟਾਈਮ ਦੇ ਜਿਹੜੀਆਂ ਸਾਰਿਆਂ ਨੂੰ ਪੜ੍ਹੀਆਂ ਲਿਖੀਆਂ ਤੇ ਇੰਪੋਰਟੈਂਟ ਫੈਮਲੀਜ਼ ਸਨ ਪੰਜਾਬ ਦੀਆਂ, ਉਹਨਾਂ ਵਿੱਚੋਂ ਇੱਕ ਸੰਧੂ ਪਰਿਵਾਰ ਹੈ। ਕਿਸ ਤਰ੍ਹਾਂ ਉਹਨਾਂ ਦੱਸਿਆ ਸਫ਼ਰ ਦਾ, ਕਿਸ ਤਰ੍ਹਾਂ ਪਾਕਿਸਤਾਨ ਤੋਂ ਸ਼ੇਖੂਪੁਰੇ ਤੋਂ ਆ ਕੇ ਜਲੰਧਰ ਵਸੇ, ਜਲੰਧਰ ਤੋਂ ਫਿਰ ਚੰਡੀਗੜ੍ਹ ਆਏ। ਪਹਿਲੇ ਉਹਨਾਂ ਦੇ ਗ੍ਰੈਂਡਫਾਦਰ, ਫਿਰ ਫਾਦਰ ਨੇ ਕਿਸ ਰੂਪ ਦੇ ਵਿੱਚ ਜਿਸ ਵੀ ਸਫੇਅਰ ਦੇ ਵਿੱਚ, ਜਿਸ ਵੀ ਪੋਸਟਿੰਗ 'ਤੇ ਉਹ ਆਏ, ਉੱਥੇ ਆਪਣੀ ਛਾਪ ਛੱਡੀ। ਕਰਨਲ ਸਾਹਿਬ, ਤੁਹਾਡੇ ਨਾਲ, ਤੁਹਾਡੇ ਭਾਈ ਨਾਲ, ਤੁਹਾਡੇ ਸਾਰੇ ਫੈਮਿਲੀ ਦੇ ਨਾਲ ਜਿੱਥੇ ਅਸੀਂ ਦੁੱਖ ਸਾਂਝਾ ਕਰਨੇ, ਇਹ ਗੱਲ ਤੇ ਅਟਲ ਸੱਚਾਈ ਹੈ ਕਿ ਜਿਹਦਾ ਜਨਮ ਹੋਇਆ ਉਹਨੇ ਚਲੇ ਜਾਣਾ, ਬਟ ਮੈਂ ਸਮਝਣਾ ਛਾਪ ਛੱਡ ਕੇ ਜਾਣੀ, ਆਪਣੀ ਫੁਲਵਾੜੀ ਛੱਡ ਕੇ ਜਾਣੀ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਇਸ ਗੱਲ ਦੇ ਬਹੁਤ ਮਸ਼ਹੂਰ ਹਾਂ ਪਰਮਾਤਮਾ ਦੇ ਕਿ ਜੋ ਸਰਦਾਰ ਹਰਦੀਪ ਸਿੰਘ ਸੰਧੂ ਦੇ ਵਿੱਚ ਉਹਨਾਂ ਦੇ ਕਿਰਦਾਰ, ਉਹਨਾਂ ਦਾ ਜਿਹੜਾ ਕੈਰੈਕਟਰ ਸੀ, ਜਿਹੜੀਆਂ ਉਹਨਾਂ ਦੀਆਂ ਖੂਬਸੂਰਤ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਸੀ, ਉਹ ਸਾਰੇ ਦੇ ਸਾਰੇ ਗੁਣ ਜਿਹੜੇ ਮੈਂ ਸਮਝਦਾ, ਕਿਉਂਕਿ ਮੇਰਾ ਜ਼ਿਆਦਾ ਵਾਹ ਕਰਨਲ ਸਾਹਿਬ ਦੇ ਨਾਲ ਬਹੁਤ ਸਾਲਾਂ ਤੋਂ ਪਿਆ, ਰਿਸ਼ਤੇਦਾਰੀ ਤੌਰ 'ਤੇ ਵੀ, ਦੋਸਤੀ ਤੌਰ 'ਤੇ ਵੀ, ਸਾਰੇ ਉਹਨਾਂ ਨੇ ਬਣਾਏ। ਇਹਦਾ ਜ਼ਿਕਰ ਸਾਹਿਬ ਬਲਬੀਰ ਸਿੰਘ ਸਿੱਧੂ ਤੋਂ ਲੈ ਕੇ ਸਾਡੇ ਛੋਟੇ ਵੀਰ ਸਿੰਗਲਾ ਸਾਹਿਬ ਨੇ, ਸਾਂਪਲਾ ਸਾਹਿਬ ਨੇ, ਸਾਰਿਆਂ ਨੇ ਕੀਤਾ। ਤਾਂ ਕਈ ਦਫਾ ਮੈਨੂੰ ਇਹ ਹੈਰਾਨਗੀ ਵੀ ਬੜੀ ਜ਼ਬਰਦਸਤ ਹੁੰਦੀ ਹੈ ਕਿ ਇਨਸਪਾਈਟ ਆਫ ਸਰਵਿੰਗ ਇਨ ਦੀ ਆਰਮੀ, ਕੋਈ ਪੋਲੀਟੀਕਲ ਜਮਾਤ ਤੇ ਪੋਲੀਟੀਕਲ ਲੀਡਰ ਨਹੀਂ ਜਿਹਦੇ ਨਾਲ ਉਹਨਾਂ ਦਾ ਤਾਲੁਕ ਨਹੀਂ, ਕੋਈ ਬਿਊਰੋਕਰੇਟ ਇਹੋ ਜਿਹਾ ਨਹੀਂ, ਕੋਈ ਜੁਡੀਸ਼ੀਅਲ ਆਫਿਸਰ ਇਹੋ ਜਿਹਾ ਨਹੀਂ। ਤਾਂ ਇਹ ਇੱਕ ਬਹੁਤ ਮੈਂ ਸਮਝਦਾ ਕਰਨਲ ਸਾਹਿਬ, ਇਹ ਜਿਹੜਾ ਫਲਸਫਾ ਹੈ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਹ ਉਹਨਾਂ ਨੇ ਦਿੱਤਾ ਸੀ ਸਮੁੱਚੇ ਸਾਡੇ ਪੰਜਾਬੀਆਂ ਨੂੰ। ਦੇਗ ਜਿਹੜਾ ਉਹਨਾਂ ਕਿ ਦੇਗ ਤੇ ਤੇਗ ਫਤਿਹ, ਜਿਸ ਦੇ ਘਰ ਦੇ ਵਿੱਚ ਅਸੀਂ ਵੈਲਕਮ ਕਰਨੇ ਆਉਣ ਵਾਲਿਆਂ ਨੂੰ। ਤੇ ਅੱਜ ਦੇ ਕਲਯੁੱਗ ਦੇ ਵਿੱਚ ਜਿਹੜਾ ਆਦਮੀ ਆਪਣੇ ਪਿੱਛੇ ਤੇ ਲੋਕਾਂ ਪਿੱਛੇ ਤਗੜੇ ਹੋ ਕੇ ਸਟੈਂਡ ਰੱਖਦਾ, ਸੱਚ ਨੂੰ ਸੱਚ ਕਹਿਣ ਦੀ ਤਾਕਤ ਰੱਖਦਾ, ਸਹੀ ਮਾਇਨੇ ਦੇ ਵਿੱਚ ਉਹਦਾ ਜੀਵਨ ਹਮੇਸ਼ਾ ਸਫਲ ਪਾਇਆ ਜਾਂਦਾ। ਤੋ ਬਜ਼ੁਰਗਾਂ ਦਾ ਜਾਣਾ ਬਹੁਤ ਤਕਲੀਫ ਹੈ, ਬਹੁਤ ਦੁੱਖ ਹੈ ਸਾਰਿਆਂ ਨੂੰ, ਬਟ ਇਹ ਅਟਲ ਸੱਚਾਈ ਹੈ। ਬਟ ਐਜ਼ ਅ ਸਨ ਮੇਰਾ ਖਿਆਲ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਇਸ ਗੱਲ 'ਤੇ ਬਹੁਤ ਮਾਣ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਹਰ ਸਫੇਅਰ ਦੇ ਵਿੱਚ ਕੰਮ ਕੀਤਾ, ਗਰੀਬਾਂ ਵਾਸਤੇ ਕੀਤਾ, ਐਜੂਕੇਸ਼ਨ ਵਾਸਤੇ ਕੀਤਾ, ਆਪਣੇ ਸੂਬੇ ਵਾਸਤੇ ਕੀਤਾ। ਇਸ ਤਰ੍ਹਾਂ ਹੀ ਮੈਂ ਤੁਹਾਨੂੰ ਅਰਦਾਸ ਕਰਾਂਗਾ, ਬੇਨਤੀ ਕਰਾਂਗਾ, ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਕਿ ਸੰਧੂ ਪਰਿਵਾਰ ਦੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੋ, ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਹਮੇਸ਼ਾ ਤਾਕਤ ਬਖਸ਼ ਕੇ ਰੱਖੋ। ਤੇ ਜਿਹੜਾ ਪੁਰਾਣੇ ਬਜ਼ੁਰਗਾਂ ਨੇ ਇੱਕ ਰੀਤ ਪਾਈ ਹੈ ਕਿ ਯਾਰਾਂ ਨਾਲ, ਦੋਸਤਾਂ ਨਾਲ ਖੜੇ ਹੋਣ ਦੀ, ਉਹ ਰੀਤ ਨੂੰ ਅੱਗੇ ਲੈ ਕੇ ਜਾਣੀ। ਤੋਂ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਦੁੱਖ ਦਾ ਇਜ਼ਹਾਰ ਪ੍ਰਗਟ ਕਰਨਾ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਇੱਕ ਵਾਰ ਫੇਰ ਅਰਦਾਸ ਕਰਾਂਗਾ, ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪਣੇ ਪਰਿਵਾਰ ਵੱਲੋਂ, ਸਾਰੇ ਸਕੀ ਸੰਬੰਧੀਆਂ ਵੱਲੋਂ, ਜਿਹੜੇ ਪਿੰਡਾਂ 'ਚੋਂ ਆਏ ਨੁਮਾਇੰਦੇ, ਚਾਹੇ ਉਹ ਜਲੰਧਰ ਤੋਂ ਆਏ, ਚਾਹੇ ਮਨੌਲੀ ਤੋਂ, ਸਿਉਪਤ ਤੋਂ, ਜਗਤਪੁਰੇ ਤੋਂ, ਔਰ तमाम ਅਫਸਰ ਸਾਹਿਬਾਨ, ਜੱਜ ਸਾਹਿਬਾਨ
ਔਰ ਜਿਹੜੇ ਸਾਡੇ ਬੜੇ ਕਰੀਬੀ ਮਿੱਤਰ ਸੈਕਟਰ ਤੋਂ ਆਏ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਔਰ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਸਾਡੇ ਪਰਿਵਾਰ ਦੇ ਨਾਲ ਬਣਾ ਕੇ ਰੱਖੋ ਤਾਂ ਕਿ ਅਸੀਂ ਅੱਗੇ ਵੱਧ ਸਕੀਏ ਔਰ ਆਪਣੇ ਬਜ਼ੁਰਗਾਂ ਦੇ ਮਾਰਗ ਨੂੰ ਜਿਹੜਾ ਦਿਖਾਇਆ ਸੀ ਸਾਨੂੰ ਉਹਦੇ ਉੱਤੇ ਅਸੀਂ ਵੱਧ ਚੜ੍ਹ ਕੇ ਚੱਲ ਸਕੀਏ।